ਮੋਰਨਿੰਗ ਸਟੂਡੈਂਟਸ, ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਇਕਾਂਗੀ ਫੁੱਲਾਂ ਨੂੰ ਕਿਤਾਬਾਂ ਵਿੱਚ ਨਾ ਰੱਖੋ, ਜੋ ਕਿ ਇਕਾਂਗੀਕਾਰ ਪਾਲੀ ਭੁਪਿੰਦਰ ਸਿੰਘ ਜੀ ਦੇ ਕਲਮ ਦੀ ਸ਼ਾਹਕਾਰ ਰਚਨਾ ਹੈ ਤੇ ਪੁਸਤਕ ਮੰਚ ਮਹਿਕ ਦੀ ਸਫਾ ਨੰਬਰ 69 ਦੇ ਉੱਪਰ ਦਰਜ ਹੈ। ਇਸ ਵੀਡੀਓ ਵਿੱਚ ਅਸੀਂ ਇਕਾਂਗੀ ਫੁੱਲਾਂ ਨੂੰ ਕਿਤਾਬਾਂ ਵਿੱਚ ਨਾ ਰੱਖੋ ਦੇ ਸਫਾ ਨੰਬਰ 69 ਤੋਂ ਲੈ ਕੇ 71 ਤੱਕ ਰੀਡਿੰਗ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਇਕਾਂਗੀ ਦੇ ਉਦੇਸ਼, ਇਸ ਦੇ ਵਿਸ਼ੇ ਤੇ ਸਾਰ ਬਾਰੇ ਸੰਖੇਪ ਵਿੱਚ ਜਾਣਕਾਰੀ ਦੇਵਾਂਗੀ। ਇਕਾਂਗੀ ਦਾ ਉਦੇਸ਼ ਹੈ ਵਰਤਮਾਨ ਸਿੱਖਿਆ ਪ੍ਰਣਾਲੀ ਦੀਆਂ ਊਣਤਾਈਆਂ ਨੂੰ ਉਜਾਗਰ ਕਰਨਾ, ਬਸਤਾਵਾਦੀ ਨੀਤੀ ਦੇ ਨਕਾਰਾਤਮਕ ਸਿੱਟੇ ਪ੍ਰਤੱਖ ਕਰਨਾ, ਬੱਚਿਆਂ ਦੇ ਮਾਨਸਿਕ ਅਤੇ ਬੌਧਿਕ ਵਿਕਾਸ ਦੇ ਨਾਲ-ਨਾਲ ਸਰੀਰਕ ਵਿਕਾਸ ਤੇ ਜ਼ੋਰ ਦੇਣਾ, ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕਰਨ ਲਈ ਪ੍ਰੇਰਿਤ ਕਰਨਾ। ਇਕਾਂਗੀ ਦੇ ਮੁੱਖ ਪਾਤਰ ਹਨ ਨਿੱਕੀ ਤੇ ਵਿੱਕੀ, ਉਹਨਾਂ ਦੇ ਮੰਮੀ ਅਤੇ ਪਾਪਾ, ਨੇਤਾ, ਜੇਡੀ, ਅਧਿਆਪਕ ਅਤੇ ਪ੍ਰਿੰਸੀਪਲ। ਹੁਣ ਇਸ ਇਕਾਂਗੀ ਦਾ ਸੰਖੇਪ ਵਿੱਚ ਸਾਰ ਬਿਆਨ ਕਰਾਂਗੀ। ਇਸ ਇਕਾਂਗੀ ਦਾ ਸਾਰ ਹੈ, ਵਿਦਿਆਰਥੀਓ, ਇਕਾਂਗੀ ਦੇ ਆਰੰਭ ਵਿੱਚ ਨਿੱਕੀ ਪਰੇਸ਼ਾਨ ਹੋਈ ਹੋਮਵਰਕ ਕਰ ਰਹੀ ਨਜ਼ਰ ਆਉਂਦੀ ਹੈ। ਉਹ ਥੱਕੀ ਹੋਈ ਸੁਸਤਾਉਣ ਲੱਗਦੀ ਹੈ, ਪਰ ਵਾਲ ਕਲਾਕ ਵੱਲ ਵੇਖ ਕੇ ਘਬਰਾ ਜਾਂਦੀ ਹੈ ਤੇ ਮੰਮੀ ਉਸ ਨੂੰ ਪੇਪਰਾਂ ਬਾਰੇ ਸੁਚੇਤ ਕਰਦੀ ਹੈ ਤੇ ਪਾਪਾ ਉਸ ਨੂੰ ਇੰਗਲਿਸ਼ ਦੀ ਟਿਊਸ਼ਨ ਰੱਖਣ ਲਈ ਕਹਿੰਦੇ ਹਨ। ਇਸ ਤੋਂ ਬਾਅਦ ਮੰਮੀ ਪਾਪਾ ਉਸ ਨੂੰ ਵੱਖ-ਵੱਖ ਹਦਾਇਤਾਂ ਦੇ ਕੇ ਆਪ ਸ਼ਰਮਾ ਅੰਕਲ ਦੇ ਘਰ ਚਲੇ ਜਾਂਦੇ ਹਨ। ਮੰਮੀ ਪਾਪਾ ਦੇ ਚਲੇ ਜਾਣ ਤੋਂ ਬਾਅਦ ਨਿੱਕੀ ਦਾ ਭਰਾ ਵਿੱਕੀ ਟਿਊਸ਼ਨ ਪੜ੍ਹ ਕੇ ਆਉਂਦਾ ਹੈ। ਉਸ ਦੀ ਹਾਲਤ ਇਸ ਤਰ੍ਹਾਂ ਹੁੰਦੀ ਹੈ ਕਿ ਜਿਵੇਂ ਉਹ ਪੜ੍ਹ ਕੇ ਨਹੀਂ ਬਲਕਿ ਪਾਣੀਪਤ ਦੀ ਲੜਾਈ ਲੜ ਕੇ ਆਇਆ ਹੋਵੇ। ਨਿੱਕੀ ਉਸ ਨੂੰ ਪਾਣੀ ਪਿਲਾਉਂਦੀ ਹੈ ਤੇ ਮੰਮੀ ਪਾਪਾ ਦੀਆਂ ਹਦਾਇਤਾਂ ਦਾ ਜ਼ਿਕਰ ਕਰਦੀ ਹੈ। ਫਿਰ ਦੋਵੇਂ ਭੈਣ ਭਰਾ ਆਪਣੀ ਸਮੱਸਿਆ ਬਿਆਨ ਕਰਦੇ ਹਨ ਕਿ ਉਹਨਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੜ੍ਹਨਾ ਪੈਂਦਾ ਹੈ। ਇਸ ਤੋਂ ਬਾਅਦ ਜੇਡੀ ਦਾ ਪ੍ਰਵੇਸ਼ ਹੁੰਦਾ ਹੈ। ਜੇਡੀ ਕੁੱਲ ਮਿਲਾ ਕੇ ਇਸ ਇਕਾਂਗੀ ਦਾ ਇੱਕ ਕਮੇਡੀਅਨ ਹੈ। ਉਹ ਵਿੱਕੀ ਤੇ ਨਿੱਕੀ ਨਾਲ ਖੇਡਣ ਆਇਆ ਹੁੰਦਾ ਹੈ, ਪਰ ਉਹਨਾਂ ਨੂੰ ਪੜ੍ਹਦੇ ਵੇਖ ਕੇ ਉਹਨਾਂ ਉੱਪਰ ਵਿਅੰਗ ਕੱਸਦਾ ਹੈ। ਉਹ ਨਿੱਕੀ ਤੇ ਵਿੱਕੀ ਨੂੰ ਪੜ੍ਹਾਈ ਦੇ ਬੋਝ ਤੋਂ ਛੁਟਕਾਰਾ ਪਾਉਣ ਲਈ ਮੁਹੱਲੇ ਦੇ ਬੱਚੇ ਇਕੱਠੇ ਕਰਕੇ ਮੀਟਿੰਗ ਕਰਨ ਲਈ ਉਕਸਾਉਂਦਾ ਹੈ। ਇਸ ਤਰ੍ਹਾਂ ਸਾਰੇ ਬੱਚੇ ਕਾਨਫਰੰਸ ਕਰਦੇ ਹਨ ਤੇ ਆਪਣੀ ਸਮੱਸਿਆ ਦੇ ਹੱਲ ਲਈ ਕਈ ਤਰਕੀਬਾਂ ਸੋਚਦੇ ਹਨ, ਪਰ ਅੰਤ ਵਿੱਚ ਕੋਈ ਹੱਲ ਨਾ ਮਿਲਣ ਤੇ ਮਾਯੂਸ ਹੋ ਕੇ ਚਲੇ ਜਾਂਦੇ ਹਨ। ਇਸ ਤੋਂ ਬਾਅਦ ਨਿੱਕੀ ਸੁਪਨੇ ਵਿੱਚ ਗਵਾਚ ਜਾਂਦੀ ਹੈ, ਜਿਸ ਵਿੱਚ ਉਹ ਨੀਲ ਪਰੀ ਬਣਦੀ ਹੈ ਤੇ ਜੇਡੀ ਬੌਣੇ ਜਾਦੂਗਰ ਦੀ ਭੂਮਿਕਾ ਨਿਭਾਉਂਦਾ ਹੈ। ਇਸ ਤਰ੍ਹਾਂ ਨੀਲ ਪਰੀ ਦੇ ਦਰਬਾਰ ਵਿੱਚ ਬੱਚੇ ਫਰਿਆਦੀ ਬਣਦੇ ਹਨ ਤੇ ਅਧਿਆਪਕ, ਪ੍ਰਿੰਸੀਪਲ ਅਤੇ ਮਾਪੇ ਦੋਸ਼ੀ ਬਣ ਕੇ ਹਾਜ਼ਰ ਹੁੰਦੇ ਹਨ, ਜਿਨ੍ਹਾਂ ਉੱਪਰ ਨੀਲ ਪਰੀ ਦੇ ਦਰਬਾਰ ਵਿੱਚ ਮੁਕੱਦਮਾ ਚਲਾਇਆ ਜਾਂਦਾ ਹੈ। ਨੀਲ ਪਰੀ ਇਸ ਦਰਬਾਰ ਵਿੱਚ ਅੰਤ ਵਿੱਚ ਇਹ ਫੈਸਲਾ ਸੁਣਾਉਂਦੀ ਹੈ ਕਿ ਬੱਚਿਆਂ ਲਈ ਜਿੰਨਾ ਪੜ੍ਹਨਾ ਜ਼ਰੂਰੀ ਹੈ, ਉਨਾ ਖੇਡਣਾ ਵੀ ਜ਼ਰੂਰੀ ਹੈ। ਪਰ ਜਦੋਂ ਬੱਚਿਆਂ ਦੇ ਮਾਪੇ ਨੀਲ ਪਰੀ ਦੇ ਇਸ ਫੈਸਲੇ ਨਾਲ ਸਹਿਮਤ ਨਹੀਂ ਹੁੰਦੇ ਹਨ, ਤਾਂ ਨੀਲ ਪਰੀ ਉਹਨਾਂ ਨੂੰ ਅਹਿਸਾਸ ਕਰਾਉਣ ਲਈ ਉਹਨਾਂ ਦੇ ਬਚਪਨ ਵਿੱਚ ਭੇਜ ਦਿੰਦੀ ਹੈ। ਅੰਤ ਵਿੱਚ ਨਿੱਕੀ ਦੇ ਮੰਮੀ ਪਾਪਾ ਆ ਜਾਂਦੇ ਹਨ ਤੇ ਉਸ ਨੂੰ ਪੜ੍ਹਨ ਲਈ ਕਹਿੰਦੇ ਹਨ ਤੇ ਇਸ ਤਰ੍ਹਾਂ ਬੱਚਿਆਂ ਨੂੰ ਬਸਤੇ ਫੰਦੇ ਵਾਂਗ ਜਾਪਦੇ ਹਨ। ਇਸ ਤਰ੍ਹਾਂ ਇਸ ਇਕਾਂਗੀ ਰਾਹੀਂ ਬੱਚਿਆਂ ਨੂੰ ਅਜਿਹੇ ਫੁੱਲ ਦਰਸਾਇਆ ਗਿਆ ਹੈ ਜੋ ਬਸਤੇ ਦੇ ਬੋਝ ਹੇਠ ਮੁਰਝਾ ਰਹੇ ਹਨ ਤੇ ਉਹਨਾਂ ਦੇ ਜੀਵਨ ਦੇ ਸਾਹ ਘੁੱਟ ਰਹੇ ਹਨ। ਵਿਦਿਆਰਥੀਓ, ਹੁਣ ਅਸੀਂ ਇਸ ਇਕਾਂਗੀ ਦੇ ਸਫਾ ਨੰਬਰ 69 ਤੋਂ ਲੈ ਕੇ 71 ਤੱਕ ਔਖੇ ਸ਼ਬਦ ਡਿਸਕਸ ਕਰਾਂਗੇ ਤੇ ਫਿਰ ਇਹਨਾਂ ਸੰਬੰਧਿਤ ਸਫਿਆਂ ਦੀ ਰੀਡਿੰਗ ਕਰਾਂਗੇ। ਹਾਂਜੀ, ਸਭ ਤੋਂ ਪਹਿਲੇ ਔਖੇ ਸ਼ਬਦਾਂ ਦੇ ਅਰਥ, ਸਫਾ ਨੰਬਰ 69। ਹਾਂਜੀ, ਫਸਟ ਵਰਡ ਹੈ ਮੱਧ ਵਰਗੀ, ਦਰਮਿਆਨਾ ਦਰਜਾ। ਸੁਸਤਾਉਣ ਲੱਗਦੀ ਹੈ, ਸੌਣ ਲੱਗਦੀ ਹੈ। ਵੀਕ, ਕਮਜ਼ੋਰ। ਵੇਸਟ ਕਰਨਾ, ਬਰਬਾਦ ਕਰਨਾ। ਨਾਓ ਪੇਜ ਨੰਬਰ 70। ਨਕਲ ਲਾਉਂਦੀ ਹੈ, ਸਾਂਗ ਲਾਉਂਦੀ ਹੈ। ਸੈਰਾਂ ਤੇ, ਘੁੰਮਣ ਗਏ ਹੋਏ। ਲਾਜ਼ਮੀ, ਜ਼ਰੂਰ। ਸ਼ਕਲ ਵੇਖ ਕੇ, ਚਿਹਰਾ ਤੱਕ ਕੇ। ਉਜੜਿਆ ਉਜੜਿਆ, ਮਾੜਾ ਹਾਲ,
मंदी हालत ਜਾਂ ਫਿਰ ਬੜੀ ਤਰਸਯੋਗ ਹਾਲਤ। ਬੋਝ ਸੇ ਭਾਰ ਤੋਂ। ਨਾਓ ਪੇਜ ਨੰਬਰ 71 ਲਹਿਜ਼ੇ ਵਿੱਚ, ਤਰੀਕੇ, ਢੰਗ ਜਾਂ ਅੰਦਾਜ਼ ਵਿੱਚ। ਬੇਹੋਸ਼, ਬੇਸੁੱਧ। ਅਗਲਾ ਸ਼ਬਦ ਹੈ ਜਨਮ ਬੀਤ ਗਏ, ਬਹੁਤ ਸਮਾਂ ਹੋ ਗਿਆ। ਢੋਣਾ, ਚੁੱਕਣਾ। ਥਰਸਟੀ, ਪਿਆਸਾ ਜਾਂ ਫਿਰ ਤਿਆਇਆ। ਨੈਕਸਟ ਵਰਡ ਹੈ ਸਿਹਤ ਦਾ ਭਾਰਾ, ਭਾਵ ਕਿ ਮੋਟਾ ਸਰੀਰ। ਨਾਓ ਰੀਡਿੰਗ ਆਫ ਪੇਜ ਨੰਬਰ 69। ਫੁੱਲਾਂ ਨੂੰ ਕਿਤਾਬਾਂ ਵਿੱਚ ਨਾ ਰੱਖੋ। ਇਕਾਂਗੀਕਾਰ ਪਾਲੀ ਭੁਪਿੰਦਰ ਸਿੰਘ। ਪਾਤਰ ਨਿੱਕੀ, ਵਿੱਕੀ, ਮੰਮੀ, ਪਾਪਾ, ਅਧਿਆਪਕਾ, ਨੇਤਾ, ਪ੍ਰਿੰਸੀਪਲ, ਜੇਡੀ ਤੇ ਹੋਰ ਬਹੁਤ ਸਾਰੇ ਨਿੱਕੇ ਵੱਡੇ ਬੱਚੇ। ਦ੍ਰਿਸ਼ ਪਹਿਲਾ, ਇੱਕ ਮੱਧ ਵਰਗੀ ਪਰਿਵਾਰ ਦਾ ਡਰਾਇੰਗ ਰੂਮ ਇੱਕ ਦਰਵਾਜ਼ਾ ਬਾਹਰ ਨੂੰ ਖੁੱਲ੍ਹਦਾ ਹੈ, ਦੂਜਾ ਅੰਦਰ ਬੈੱਡਰੂਮ ਅਤੇ ਤੀਜਾ ਕਿਚਨ ਨੂੰ। ਨਿੱਕੀ ਬਹੁਤ ਪਰੇਸ਼ਾਨ ਤੇ ਥੱਕੀ ਹੋਈ ਕਿਤਾਬਾਂ ਦੇ ਢੇਰ ਵਿੱਚ ਉਲਝੀ ਆਪਣਾ ਹੋਮਵਰਕ ਕਰ ਰਹੀ ਹੈ। ਇੱਕ ਕਾਪੀ ਦਾ ਕੰਮ ਨਿਬੇੜ ਕੇ ਥੋੜ੍ਹਾ ਸੁੱਖ ਦਾ ਸਾਹ ਆਉਂਦਾ ਹੈ ਤੇ ਉਹ ਸੁਸਤਾਉਣ ਲੱਗਦੀ ਹੈ, ਪਰ ਅਚਾਨਕ ਨਜ਼ਰ ਵਾਲ ਕਲਾਕ 'ਤੇ ਜਾਂਦੀ ਹੈ ਤੇ ਉਹ ਘਬਰਾਈ ਹੋਈ ਫੇਰ ਕੰਮ 'ਤੇ ਲੱਗ ਜਾਂਦੀ ਹੈ। ਮੰਮੀ ਕਿਚਨ ਤੋਂ ਆਉਂਦੀ ਹੋਈ, ਨਿੱਕੀ ਬੇਟੇ ਜਲਦੀ ਕਰੋ, ਹੋਮਵਰਕ ਕਰ ਲਿਆ ਹੈ ਤਾਂ ਟਿਊਸ਼ਨ ਜਾਣ ਦੀ ਤਿਆਰੀ ਕਰੋ, ਮੈਥਸ ਦਾ ਟੈਸਟ ਵੀ ਕੱਲ੍ਹ ਹੈ ਨਾ, ਉਸ ਦੀ ਤਿਆਰੀ ਹੋ ਗਈ। ਪਾਪਾ ਬੈੱਡਰੂਮ ਵਿੱਚੋਂ ਆਉਂਦੇ ਹੋਏ, ਕੱਲ੍ਹ ਤੇਰੇ ਨੀਤੂ ਮੈਡਮ ਮਿਲੇ ਸਨ, ਉਹ ਕਹਿ ਰਹੇ ਸਨ ਕਿ ਤੇਰੀ ਇੰਗਲਿਸ਼ ਵੀਕ ਚੱਲ ਰਹੀ ਹੈ। ਅੱਜ ਕੱਲ੍ਹ ਸਚਦੇਵਾ ਸਰ ਤੋਂ ਆਉਂਦੇ ਹੋਏ ਉਹਨਾਂ ਕੋਲ ਵੀ ਲਾ ਕੇ ਆਈ ਘੰਟਾ, ਤੇ ਕੱਲ੍ਹ ਤੋਂ ਰੈਗੂਲਰ ਟਾਈਮ ਸੈੱਟ ਕਰ ਲਓ, ਓਕੇ। ਹਾਂਜੀ ਸਟੂਡੈਂਟਸ, ਹੁਣ ਅਸੀਂ ਇਕਾਂਗੀ ਦੇ ਇਸ ਪਹਿਲੇ ਦ੍ਰਿਸ਼ ਦੇ ਆਰੰਭ ਵਿੱਚ ਜੋ ਪੜ੍ਹਿਆ ਹੈ ਉਸ ਨੂੰ ਪੜ੍ਹ ਕੇ ਇਹ ਸਪਸ਼ਟ ਹੁੰਦਾ ਹੈ ਕਿ ਇਕਾਂਗੀ ਦੇ ਆਰੰਭ ਵਿੱਚ ਇੱਕ ਮੱਧ ਵਰਗੀ ਭਾਵ ਦਰਮਿਆਨੇ ਦਰਜੇ ਦੇ ਘਰ ਦਾ ਦ੍ਰਿਸ਼ ਨਜ਼ਰ ਆਉਂਦਾ ਹੈ, ਜਿਸ ਵਿੱਚ ਇੱਕ ਬੱਚੀ ਜਿਸ ਦਾ ਨਾਮ ਨਿੱਕੀ ਹੈ, ਉਹ ਬਹੁਤ ਪਰੇਸ਼ਾਨ ਤੇ ਥਕਾਵਟ ਭਰੇ ਹਾਲਾਤ ਵਿੱਚ ਕਿਤਾਬਾਂ ਨੂੰ ਪੜ੍ਹ ਰਹੀ ਹੁੰਦੀ ਹੈ ਤੇ ਉਹ ਇੱਕ ਕਿਤਾਬ ਦਾ ਕੰਮ ਖਤਮ ਕਰਕੇ ਥੋੜ੍ਹਾ ਜਿਹਾ ਆਰਾਮ ਕਰਨ ਬਾਰੇ ਸੋਚਦੀ ਹੀ ਹੈ ਕਿ ਫਿਰ ਅਚਾਨਕ ਉਸ ਦੀ ਨਜ਼ਰ ਜਦੋਂ ਵਾਲ ਕਲਾਕ 'ਤੇ ਪੈਂਦੀ ਹੈ ਤਾਂ ਉਹ ਘਬਰਾਈ ਹੋਈ ਅਗਲੇ ਵਿਸ਼ੇ ਦਾ ਕੰਮ ਕਰਨ ਲੱਗ ਜਾਂਦੀ ਹੈ। ਤੇ ਫਿਰ ਕਿਚਨ ਭਾਵ ਰਸੋਈ ਵਿੱਚੋਂ ਉਸ ਦੀ ਮੰਮੀ ਬਾਹਰ ਆਉਂਦੀ ਹੈ, ਜੋ ਉਸ ਨੂੰ ਮੈਥ ਟੈਸਟ ਦਾ ਹਵਾਲਾ ਦਿੰਦਿਆਂ ਹੋਇਆਂ ਟਿਊਸ਼ਨ 'ਤੇ ਜਾਣ ਦੀ ਤਿਆਰੀ ਕਰਨ ਲਈ ਕਹਿੰਦੀ ਹੈ। ਤੇ ਪਾਪਾ ਜੋ ਕਿ ਬੈੱਡਰੂਮ ਵਿੱਚੋਂ ਬਾਹਰ ਆਉਂਦੇ ਹਨ, ਉਹ ਨਿੱਕੀ ਨੂੰ ਇਹ ਦਰਸਾਉਂਦੇ ਹਨ ਕਿ ਉਹ ਅੰਗਰੇਜ਼ੀ ਦੇ ਵਿਸ਼ੇ ਵਿੱਚ ਕਮਜ਼ੋਰ ਹੈ, ਇਸ ਲਈ ਸਚਦੇਵਾ ਸਰ ਕੋਲ ਵੀ ਜਾਵੇ ਤੇ ਟਿਊਸ਼ਨ ਤੋਂ ਆਉਂਦਿਆਂ ਹੋਇਆਂ ਉਸ ਕੋਲੋਂ ਅੰਗਰੇਜ਼ੀ ਦੇ ਵਿਸ਼ੇ ਲਈ ਵੀ ਰੈਗੂਲਰ ਟਾਈਮ ਸੈੱਟ ਕਰਕੇ ਆਵੇ। ਨਾਓ ਅਗਲਾ ਡਾਇਲੋਗ ਹੈ ਮੰਮੀ ਸ਼ੀਸ਼ੇ ਅੱਗੇ ਵਾਲ ਠੀਕ ਕਰਦੀ ਹੋਈ, ਨਾਲੇ ਮੈਡਮ ਟੀਵੀ ਦੇਖਣਾ ਤੇ ਕਾਮਿਕਸ ਪੜ੍ਹਨਾ ਵੀ ਬੰਦ ਕਰੋ ਥੋੜ੍ਹੇ ਦਿਨ ਤੇ ਪੇਪਰਾਂ ਦੀ ਤਿਆਰੀ ਕਰੋ, ਸਿਰਫ 6 ਮਹੀਨੇ ਰਹਿ ਗਏ ਨੇ ਪੇਪਰਾਂ ਵਿੱਚ, ਓਕੇ। ਪਾਪਾ ਅਸੀਂ ਜ਼ਰਾ ਸ਼ਰਮਾ ਅੰਕਲ ਦੇ ਘਰ ਜਾ ਰਹੇ ਹਾਂ, 2 ਘੰਟੇ ਤੱਕ ਆ ਜਾਵਾਂਗੇ, ਪੜ੍ਹਦੇ ਰਹਿਣਾ ਉਦੋਂ ਤੱਕ, ਓਕੇ। ਸੋ ਇਸ ਤਰ੍ਹਾਂ ਮੰਮੀ ਜੋ ਕਿ ਸ਼ੀਸ਼ੇ ਅੱਗੇ ਤਿਆਰ ਹੋ ਰਹੀ ਹੁੰਦੀ ਹੈ, ਉਹ ਫਿਰ ਨਿੱਕੀ ਨੂੰ ਇਹ ਹਦਾਇਤ ਦਿੰਦੀ ਹੈ ਕਿ ਹੁਣ ਪੇਪਰਾਂ ਦੇ ਵਿੱਚ ਸਮਾਂ ਥੋੜ੍ਹਾ ਰਹਿ ਗਿਆ ਹੈ, ਇਸ ਲਈ ਉਹ ਕਾਮਿਕਸ ਪੜ੍ਹਨਾ ਤੇ ਟੀਵੀ ਦੇਖਣਾ ਘਟਾ ਦੇਵੇ। ਤੇ ਦੂਜੇ ਪਾਸੇ ਪਾਪਾ ਉਸ ਨੂੰ ਇਹ ਸਪਸ਼ਟ ਕਰਦੇ ਹਨ ਕਿ ਉਹ ਸ਼ਰਮਾ ਅੰਕਲ ਦੇ ਘਰ ਜਾ ਰਹੇ ਹਨ ਤੇ 2 ਘੰਟਿਆਂ ਤੱਕ ਉਹ ਵਾਪਸ ਆ ਜਾਣਗੇ, ਪਰ ਉਹ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਵੀ ਪੜ੍ਹਦੀ ਰਹੀ। ਮੰਮੀ ਗੈਸ ਤੇ ਦੁੱਧ ਪਿਆ ਹੈ, ਉਬਾਲਾ ਆ ਜਾਏ ਤਾਂ ਬੰਦ ਕਰ ਦੇਈਂ ਤੇ ਟਾਈਮ ਬਿਲਕੁਲ ਨਹੀਂ ਵੇਸਟ ਕਰਨਾ, ਓਕੇ। ਪਾਪਾ ਵਿੱਕੀ ਆਏਗਾ ਤਾਂ ਉਸ ਨੂੰ ਦੁੱਧ ਗਰਮ ਕਰਕੇ ਪਿਲਾ ਦੇਈਂ, ਪਰ ਖੇਡਣ ਨਾ ਲੱਗ ਜਾਣਾ, ਪੜ੍ਹਨਾ ਹੈ ਸਿਰਫ, ਮੈਂ ਆ ਕੇ ਵੇਖਾਂਗਾ ਕੀ ਕੀਤਾ ਹੈ ਸਾਡੇ ਮਗਰੋਂ, ਓਕੇ। ਆਪਣਾ ਸਮਾਨ ਵਗੈਰਾ ਲੈ ਕੇ ਬਾਹਰ ਨਿਕਲਦੇ ਹਨ। ਹਾਂਜੀ ਹੁਣ ਇਹਨਾਂ ਸਤਰਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਮੰਮੀ ਪਾਪਾ ਕਿਤੇ ਜਾਣ ਦੀ ਤਿਆਰੀ ਵਿੱਚ ਹਨ ਤੇ ਉਹ ਆਪਣੀ ਗੈਰ ਮੌਜੂਦਗੀ ਵਿੱਚ ਵੀ ਇਹ ਚਾਹੁੰਦੇ ਹਨ ਕਿ ਨਿੱਕੀ ਪੜ੍ਹੇ ਤੇ ਖੇਡੇ ਨਾ ਤੇ ਨਾ ਹੀ ਟੀਵੀ ਦੇਖੇ, ਇਸ ਲਈ ਉਸ ਨੂੰ ਇਹ ਘਰ ਦੇ ਕੰਮ ਦਾ ਵੀ ਹਵਾਲਾ ਦਿੰਦੇ ਹਨ ਕਿ ਉਹਨਾਂ ਨੇ ਗੈਸ 'ਤੇ ਦੁੱਧ ਰੱਖਿਆ ਹੋਇਆ ਹੈ ਤੇ ਜਦੋਂ ਉਬਾਲਾ ਆ ਜਾਵੇ ਤੇ ਉਹ ਪਿੱਛੋਂ ਗੈਸ ਨੂੰ ਵੀ ਬੰਦ ਕਰ ਦੇਵੇ ਤੇ ਆਪਣੇ ਸਮੇਂ ਨੂੰ ਬਰਬਾਦ ਨਾ ਕਰਦੀ ਹੋਈ ਪੜ੍ਹਾਈ ਵੀ ਕਰੇ। ਤੇ ਜਦੋਂ ਉਸਦਾ ਛੋਟਾ ਭਰਾ ਵਿੱਕੀ ਆ ਜਾਵੇ ਤਾਂ ਉਹ ਇਸ ਨੂੰ ਦੁੱਧ ਵੀ ਪਿਲਾਵੇ ਤੇ ਉਸ ਦੇ ਨਾਲ ਖੇਡਣ ਨਾ ਲੱਗੇ। ਤੇ ਉਹ ਇਹ ਵੀ ਉਸ ਨੂੰ ਨਸੀਹਤ ਦਿੰਦੇ ਹਨ ਜਾਂ ਇਹ ਵੀ ਤੌਖਲਾ ਦਿੰਦੇ ਹਨ ਕਿ ਉਹ ਸ਼ਰਮਾ ਅੰਕਲ ਦੇ ਘਰੋਂ ਵਾਪਸ ਆ ਕੇ ਇਹ ਵੀ ਵੇਖਣਗੇ ਕਿ ਉਹਨਾਂ ਨੇ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਕਿੰਨੀ ਕੁ ਪੜ੍ਹਾਈ
ਕੀਤੀ ਹੈ। ਹਾਂਜੀ, ਨਾਓ ਪੇਜ ਨੰਬਰ 70। ਮੰਮੀ, ਓਕੇ, ਘਰ ਦਾ ਧਿਆਨ ਰੱਖੀ ਤੇ ਪੜ੍ਹਦੇ ਰਹਿਣਾ, ਬਿਲਕੁਲ ਓਕੇ। ਨਿੱਕੀ ਉੱਠ ਕੇ ਦਰਵਾਜ਼ਾ ਬੰਦ ਕਰਦੀ ਹੈ ਤੇ ਫਿਰ ਭੈੜਾ ਜਿਹਾ ਮੂੰਹ ਬਣਾ ਕੇ ਨਕਲ ਲਾਉਂਦੀ ਹੈ। ਹਾਂਜੀ, ਇਸ ਤਰ੍ਹਾਂ ਹੁਣ ਮੰਮੀ ਪਾਪਾ ਨਿੱਕੀ ਨੂੰ ਤਰ੍ਹਾਂ ਤਰ੍ਹਾਂ ਦੀਆਂ ਹਦਾਇਤਾਂ ਦੇ ਕੇ ਘਰੋਂ ਨਿਕਲ ਜਾਂਦੇ ਹਨ ਤੇ ਉਸ ਨੂੰ ਜਾਂਦੇ ਜਾਂਦੇ ਵੀ ਘਰ ਦਾ ਧਿਆਨ ਰੱਖਣ ਤੇ ਪੜ੍ਹਾਈ ਕਰਨ ਦੀ ਹੀ ਨਸੀਹਤ ਕਰਦੇ ਹਨ। ਤੇ ਨਿੱਕੀ ਜੋ ਕਿ ਉਹਨਾਂ ਦੀਆਂ ਹਦਾਇਤਾਂ ਤੋਂ ਪਰੇਸ਼ਾਨ ਹੁੰਦੀ ਹੈ, ਉਹ ਉਹਨਾਂ ਦੇ ਜਾਣ ਤੋਂ ਬਾਅਦ ਘਰ ਦਾ ਦਰਵਾਜ਼ਾ ਬੰਦ ਕਰਦੀ ਹੈ ਤੇ ਬਹੁਤ ਹੀ ਭੈੜਾ ਜਿਹਾ ਮੂੰਹ ਬਣਾ ਕੇ ਉਹਨਾਂ ਦੀ ਨਕਲ ਲਾਉਂਦੀ ਹੈ, ਭਾਵ ਕਿ ਉਹਨਾਂ ਦੀ ਸਾਂਗ ਲਾਉਂਦੀ ਹੈ। ਨਿੱਕੀ, ਪੜ੍ਹਦੇ ਰਹਿਣਾ ਹੈ, ਖੇਡਣਾ ਨਹੀਂ ਹੈ, टीवी नहीं देखना है, होमवर्क करना है, ये नहीं करना है, वो नहीं करना है। ये भी कोई जिंदगी है? सारा दिन पढ़ते रहना, पढ़ते ही रहना। इस तो तां बंदा अनपढ़ ही चंगा। अचानक कुछ याद आउंदा है, हाय रब्बा गैस चलदी पई है। दौड़ के रसोई विच जांदी है, गैस बंद करदी दर्शकां नूं, वेखिया तुसीं, ਇਹ ਹੈ ਸਾਡੀ ਬੱਚਿਆਂ ਦੀ ਜ਼ਿੰਦਗੀ। ਆਪ ਤਾਂ ਮੰਮੀ ਪਾਪਾ ਗਏ ਸੈਰਾਂ 'ਤੇ ਨਕਲ ਲਾ ਕੇ, ਅਸੀਂ ਜ਼ਰਾ ਸ਼ਰਮਾ ਅੰਕਲ ਦੇ ਘਰ ਜਾ ਰਹੇ ਹਾਂ, ਤੁਸੀਂ ਕੰਮ ਕਰਨਾ ਹੈ, ਸਮਝੇ, ਸਿਰਫ ਪੜ੍ਹਨਾ ਹੈ, ਓਕੇ। ਬੋਰ। ਹਾਂਜੀ, ਇਹਨਾਂ ਸਤਰਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਨਿੱਕੀ ਜੋ ਕਿ ਆਪਣੇ ਮੰਮੀ ਪਾਪਾ ਦੇ ਰਵੱਈਏ ਤੋਂ ਪਰੇਸ਼ਾਨ ਹੈ, ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਨਕਲ ਉਤਾਰਦੀ ਹੈ ਤੇ ਉਹਨਾਂ ਦੁਆਰਾ ਸਮਝਾਈਆਂ ਹੋਈਆਂ ਗੱਲਾਂ ਨੂੰ ਉਹਨਾਂ ਦੇ ਲਹਿਜ਼ੇ ਵਿੱਚ ਬੋਲਣ ਦੀ ਕੋਸ਼ਿਸ਼ ਕਰਦੀ ਹੋਈ ਹੈ। ਕਹਿੰਦੀ ਹੈ ਕਿ ਉਹਨਾਂ ਨੂੰ ਇਹ ਹਦਾਇਤ ਹੈ ਕਿ ਉਹਨਾਂ ਨੇ ਸਿਰਫ ਪੜ੍ਹਨਾ ਹੈ, ਖੇਡਣਾ ਨਹੀਂ ਹੈ, ਟੀਵੀ ਵੀ ਨਹੀਂ ਵੇਖਣਾ ਹੈ, ਬਸ ਹੋਮਵਰਕ ਹੀ ਕਰਨਾ ਹੈ। ਤੇ ਇਸ ਤਰ੍ਹਾਂ ਅਚਾਨਕ ਉਸ ਨੂੰ ਇਹ ਯਾਦ ਆਉਂਦਾ ਹੈ ਕਿ ਉਸਨੇ ਤਾਂ ਰਸੋਈ ਵਿੱਚ ਜੋ ਗੈਸ ਤੇ ਦੁੱਧ ਪਿਆ ਹੋਇਆ ਸੀ ਉਹ ਉਬਲਣ ਵਾਲਾ ਹੈ। ਫਿਰ ਉਹ ਘਬਰਾ ਕੇ ਰਸੋਈ ਵਿੱਚ ਜਾਂਦੀ ਹੈ, ਗੈਸ ਬੰਦ ਕਰਦੀ ਹੈ ਤੇ ਫਿਰ ਸਾਹਮਣੇ ਦਰਸ਼ਕਾਂ ਨੂੰ ਮੁਖਾਤਬ ਕਰਦੀ ਹੋਈ ਜਾਂ ਸੰਬੋਧਿਤ ਕਰਦੀ ਹੋਈ ਬੋਲਦੀ ਹੈ ਕਿ ਮੰਮੀ ਪਾਪਾ ਆਪ ਤਾਂ ਸੈਰਾਂ 'ਤੇ ਚਲੇ ਜਾਂਦੇ ਹਨ, ਪਰ ਉਹਨਾਂ ਦੀਆਂ ਹਦਾਇਤਾਂ ਦੇ ਕਾਰਨ ਬੱਚਿਆਂ ਦੀ ਜ਼ਿੰਦਗੀ ਬੜੀ ਬੇਕਾਰ ਤੇ ਬੋਰ ਹੈ। ਹਾਂਜੀ, ਕਾਲ ਬੈਲ ਹੁੰਦੀ ਹੈ, ਦਰਵਾਜ਼ੇ ਵੱਲ ਆਉਂਦੀ, ਇਹ ਲਾਜ਼ਮੀ ਵਿੱਕੀ ਹੋਏਗਾ, ਵਿਚਾਰਾ ਟਿਊਸ਼ਨ ਪੜ੍ਹ ਕੇ ਆ ਰਿਹਾ ਹੈ। ਟਿਊਸ਼ਨ ਵੀ ਕਾਹਦੀ? ਮੈਥ ਦੀ, ਸਾਇੰਸ ਤੇ ਇੰਗਲਿਸ਼ ਦੀ। ਉਸ ਦੀ ਸ਼ਕਲ ਵੇਖ ਕੇ ਤੁਸੀਂ ਇਹ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਉਹ ਟਿਊਸ਼ਨ ਪੜ੍ਹ ਕੇ ਆਇਆ ਹੈ ਜਾਂ ਪਾਣੀਪਤ ਦੀ ਲੜਾਈ ਲੜ ਕੇ ਆਇਆ ਹੈ। ਦਰਵਾਜ਼ਾ ਖੋਲ੍ਹਦੀ ਹੈ, ਸਾਹਮਣੇ ਵਿੱਕੀ ਖੜਾ ਹੈ, ਪਸੀਨੇ ਨਾਲ ਭਿੱਜਿਆ ਤੇ ਉਜੜਿਆ। ਦਰਵਾਜ਼ਾ ਖੁੱਲ੍ਹਦਿਆਂ ਹੀ ਇੱਕ ਮਸ਼ੀਨ ਵਾਂਗ ਤੁਰਦਾ ਆ ਕੇ ਸੋਫੇ 'ਤੇ ਡਿੱਗ ਪੈਂਦਾ ਹੈ। ਹਾਂਜੀ, ਹੁਣ ਨਿੱਕੀ ਜੋ ਕਿ ਪਹਿਲਾਂ ਆਪਣੇ ਮੰਮੀ ਪਾਪਾ ਦੀ ਸਾਂਗ ਲਾ ਰਹੀ ਹੁੰਦੀ ਹੈ ਤਾਂ ਉਸ ਸਮੇਂ ਅਚਾਨਕ ਦਰਵਾਜ਼ੇ 'ਤੇ ਘੰਟੀ ਵੱਜਦੀ ਹੈ ਤੇ ਉਹ ਘੰਟੀ ਸੁਣ ਕੇ ਦਰਵਾਜ਼ੇ ਵੱਲ ਨੂੰ ਆਉਂਦੀ ਹੈ ਤੇ ਦਰਸ਼ਕਾਂ ਨੂੰ ਹੀ ਸੰਬੋਧਿਤ ਕਰਦੀ ਹੋਈ ਸਪਸ਼ਟ ਕਰਦੀ ਹੈ ਕਿ ਇਹ ਜ਼ਰੂਰ ਉਸ ਦਾ ਭਰਾ ਵਿੱਕੀ ਹੋਵੇਗਾ ਜੋ ਕਿ ਵਿਚਾਰਾ ਟਿਊਸ਼ਨ ਪੜ੍ਹਨ ਗਿਆ ਸੀ। ਤੇ ਫਿਰ ਉਹ ਵੀ ਸਪਸ਼ਟ ਕਰਦੀ ਹੈ ਕਿ ਉਹ ਕਿਹੜੇ ਵਿਸ਼ੇ ਦੀ ਟਿਊਸ਼ਨ ਪੜ੍ਹਨ ਗਿਆ ਸੀ, ਹਿਸਾਬ ਦੀ, ਸਾਇੰਸ ਦੀ ਤੇ ਇੰਗਲਿਸ਼ ਦੀ। ਤੇ ਉਹ ਜ਼ਾਹਰ ਕਰਦੀ ਹੈ ਕਿ ਉਹਦੀ ਸ਼ਕਲ, ਭਾਵ ਉਹਦਾ ਹਾਲ ਵੇਖ ਕੇ ਇਹ ਸਮਝਿਆ ਜਾ ਸਕਦਾ ਹੈ ਕਿ ਉਹ ਟਿਊਸ਼ਨ ਪੜ੍ਹ ਕੇ ਆਇਆ ਹੈ ਜਾਂ ਪਾਣੀਪਤ ਦੀ ਲੜਾਈ ਲੜ ਕੇ ਆਇਆ ਹੈ। ਇੱਥੇ ਉਹ ਸਪਸ਼ਟ ਕਰਦੀ ਹੈ ਕਿ ਟਿਊਸ਼ਨ ਪੜ੍ਹ ਕੇ ਉਹਦੀ ਇੰਨੀ ਕੁ ਬੁਰੀ ਹਾਲਤ ਹੋ ਚੁੱਕੀ ਹੁੰਦੀ ਹੈ, ਉਹ ਇੰਨੇ ਬੁਰੇ ਹਾਲਾਤ ਵਿੱਚ ਘਰ ਵਿੱਚ ਆਉਂਦਾ ਹੈ ਕਿ ਉਹਨੂੰ ਵੇਖ ਕੇ ਇਹ ਨਹੀਂ ਲੱਗਦਾ ਕਿ ਉਹ ਪੜ੍ਹਾਈ ਕਰਕੇ ਆਇਆ ਹੈ, ਬਲਕਿ ਇਹ ਲੱਗਦਾ ਹੈ ਕਿ ਜਿਵੇਂ ਉਹ ਬਹੁਤ ਵੱਡਾ ਕੋਈ ਯੁੱਧ ਲੜ ਕੇ ਆਇਆ ਹੈ, ਬਹੁਤ ਵੱਡੀ ਕੋਈ ਜਿਹੜੀ ਸੰਘਰਸ਼ ਹੈ ਜਾਂ ਕੋਈ ਜੱਦੋ-ਜਹਿਦ ਕਰਕੇ ਆਇਆ ਹੈ। ਫਿਰ ਉਹ ਦਰਵਾਜ਼ੇ 'ਤੇ ਜਾਂਦੀ ਹੈ, ਦਰਵਾਜ਼ਾ ਖੋਲ੍ਹਦੀ ਹੈ ਤੇ ਦਰਵਾਜ਼ਾ ਖੋਲ੍ਹਦਿਆਂ ਹੀ ਸਾਹਮਣੇ ਉਸਦਾ ਭਰਾ ਵਿੱਕੀ ਖੜਾ ਹੈ ਤੇ ਨਿੱਕੀ ਦੇ ਸ਼ਬਦਾਂ ਦੇ ਅਨੁਸਾਰ ਵਾਕਿਆ ਹੀ ਉਸ ਦੀ ਹਾਲਤ ਬਹੁਤ ਹੀ ਤਰਸਯੋਗ ਹੁੰਦੀ ਹੈ ਕਿਉਂਕਿ ਉਹ ਪਸੀਨੇ ਨਾਲ ਭਰਿਆ ਹੁੰਦਾ ਹੈ ਤੇ ਉਸ ਦੀ ਹਾਲਤ ਇਸ ਤਰ੍ਹਾਂ ਹੁੰਦੀ ਹੈ ਕਿ ਜਿਵੇਂ ਉਹ ਉਜੜਿਆ ਹੁੰਦਾ ਹੈ ਤੇ ਦਰਵਾਜ਼ਾ ਖੁੱਲ੍ਹਦਿਆਂ ਹੀ ਉਹ ਥਕਾਵਟ ਦੇ ਕਾਰਨ ਇੱਕ ਮਸ਼ੀਨ ਵਾਂਗ ਤੁਰਦਾ ਹੈ ਤੇ ਆਪਣੇ ਬਸਤੇ ਦੇ ਸਮੇਤ ਨਿਢਾਲ ਹੋ ਕੇ ਸੋਫੇ 'ਤੇ ਆ ਕੇ ਡਿੱਗ ਪੈਂਦਾ ਹੈ। दरवाज़ा बंद करके विक्की वाल आउंदी, ये बेचारा एजुकेशन के बोझ का मारा, कब मिलेगा इस बस्ते के बोझ से छुटकारा। हुण की हुंदा है कि जदों निक्की दरवाज़ा बंद कर दिंदी है तो फिर वो सोफे ते डिगे हुए निढाल पे हुए अपने भरा विक्की वाल आउंदी है तो उसकी तरसयोग हालत नूं वेख के वो अजोकी जो पढ़ाई है जां विद्या की प्रणाली है उस दे उपर व्यंग कसदी हुई कहंदी है कि इस विचारे की तो पढ़ाई के कारण बहुत बुरी हालत हो गई है
ਤੇ ਇਸ ਨੂੰ ਇਸ ਬਸਤੇ ਦੇ ਬੋਝ ਤੋਂ ਪਤਾ ਨਹੀਂ ਕਦੋਂ ਮੁਕਤੀ ਪ੍ਰਾਪਤ ਹੋਵੇਗੀ। ਰਸੋਈ ਵਿੱਚੋਂ ਉਸ ਲਈ ਪਾਣੀ ਲੈ ਕੇ ਆਉਂਦੀ ਹੈ। ਵਿੱਕੀ ਉੱਠਣ ਦੀ ਕੋਸ਼ਿਸ਼ ਕਰਦਾ ਹੈ, ਪਰ ਭਾਰੀ ਬਸਤਾ ਪਿੱਠ ਤੇ ਚੜ੍ਹਿਆ ਹੋਣ ਕਰਕੇ ਉਸ ਨੂੰ ਨਿੱਕੀ ਦੀ ਮਦਦ ਲੈਣੀ ਪੈਂਦੀ ਹੈ। ਪਾਣੀ ਪੀ ਕੇ ਉਸ ਨੂੰ ਕੁਝ ਸਾਹ ਆਉਂਦਾ ਹੈ। ਹਾਂਜੀ, ਇਹਨਾਂ ਸਤਰਾਂ ਵਿੱਚ ਕੀ ਸਪਸ਼ਟ ਹੁੰਦਾ ਹੈ ਕਿ ਵਿੱਕੀ ਦੀ ਹਾਲਤ ਵੇਖ ਕੇ ਨਿੱਕੀ ਰਸੋਈ ਵਿੱਚ ਜਾਂਦੀ ਹੈ, ਉਸ ਲਈ ਪਾਣੀ ਦਾ ਗਿਲਾਸ ਲੈ ਕੇ ਆਉਂਦੀ ਹੈ। ਵਿੱਕੀ ਉਹ ਪਾਣੀ ਪੀਣ ਲਈ ਉੱਠਣ ਦੀ ਕੋਸ਼ਿਸ਼ ਕਰਦਾ ਹੈ, ਪਰ ਪਿੱਠ ਉੱਪਰ ਲੱਦਿਆ ਬਸਤਾ ਇੰਨਾ ਭਾਰਾ ਹੁੰਦਾ ਹੈ ਕਿ ਉਸ ਕੋਲੋਂ ਬਸਤੇ ਸਮੇਤ ਉੱਠਿਆ ਨਹੀਂ ਜਾਂਦਾ ਤੇ ਨਿੱਕੀ ਉਸ ਦੀ ਉੱਠਣ ਵਿੱਚ ਮਦਦ ਕਰਦੀ ਹੈ ਤੇ ਫਿਰ ਪਾਣੀ ਪੀ ਕੇ ਉਸ ਨੂੰ ਕੁਝ ਹੋਸ਼ ਆਉਂਦੀ ਹੈ, ਭਾਵ ਉਸ ਦੀ ਕੁਝ ਹਾਲਤ ਵਿੱਚ ਸੁਧਾਰ ਹੁੰਦਾ ਹੈ। ਵਿੱਕੀ ਮੰਮੀ ਪਾਪਾ, ਤੇ ਫਿਰ ਵਿੱਕੀ ਸਭ ਤੋਂ ਪਹਿਲਾਂ ਉਸ ਕੋਲੋਂ ਮੰਮੀ ਪਾਪਾ ਬਾਰੇ ਪੁੱਛ ਪੜਤਾਲ ਕਰਦਾ ਹੈ। ਨਾਓ ਪੇਜ ਨੰਬਰ 71। ਨਿੱਕੀ, ਉਹ ਗਏ ਨੇ ਸ਼ਰਮਾ ਅੰਕਲ ਦੇ ਘਰ, 2 ਘੰਟਿਆਂ ਨੂੰ ਮੁੜਨਗੇ। ਉਤਨੀ ਦੇਰ ਤੱਕ ਮੰਮੀ ਪਾਪਾ ਦੇ ਲਹਿਜ਼ੇ ਵਿੱਚ ਆਦੇਸ਼ ਦਿੰਦੀ ਹੋਈ, ਤੁਸੀਂ ਟਾਈਮ ਵੇਸਟ ਨਹੀਂ ਕਰਨਾ, ਸਿਰਫ ਪੜ੍ਹਨਾ ਹੈ, ਹੋਮਵਰਕ ਕਰਨਾ ਹੈ, ਓਕੇ। ਖਾਲੀ ਗਲਾਸ ਲੈ ਕੇ ਰਸੋਈ ਵਿੱਚ ਜਾਂਦੀ ਹੈ। ਹਾਂਜੀ, ਹੁਣ ਕੀ ਹੁੰਦਾ ਹੈ ਕਿ ਵਿੱਕੀ ਜਦੋਂ ਪਾਣੀ ਪੀ ਕੇ ਥੋੜ੍ਹਾ ਜਿਹਾ ਸੁੱਧ ਬੁੱਧ ਵਿੱਚ ਆਉਂਦਾ ਹੈ, ਸਹੀ ਹਾਲਾਤ ਵਿੱਚ ਆਉਂਦਾ ਹੈ, ਤਾਂ ਉਹ ਮੰਮੀ ਪਾਪਾ ਨੂੰ ਘਰ ਵਿੱਚ ਗੈਰ ਮੌਜੂਦ ਵੇਖ ਕੇ ਨਿੱਕੀ ਕੋਲੋਂ ਉਹਨਾਂ ਬਾਰੇ ਪੁੱਛਦਾ ਹੈ। ਤਾਂ ਨਿੱਕੀ ਉਸ ਨੂੰ ਸਪਸ਼ਟ ਕਰਦੀ ਹੈ ਕਿ ਮੰਮੀ ਪਾਪਾ ਸ਼ਰਮਾ ਅੰਕਲ ਦੇ ਘਰ ਗਏ ਹਨ ਤੇ ਨਾਲ ਦੇ ਨਾਲ ਬੜੇ ਹੀ ਵਿਅੰਗਾਤਮਕ ਲਹਿਜ਼ੇ ਵਿੱਚ ਮੰਮੀ ਪਾਪਾ ਦੁਆਰਾ ਦਿੱਤੀਆਂ ਹਦਾਇਤਾਂ ਉਸ ਦੇ ਸਾਹਮਣੇ ਦੁਹਰਾਉਂਦੀ ਹੈ ਕਿ ਜਿੰਨੀ ਦੇਰ ਤੱਕ ਮੰਮੀ ਪਾਪਾ ਨਹੀਂ ਆਉਂਦੇ ਉਹਨਾਂ ਦੋਹਾਂ ਨੇ ਸਮਾਂ ਬਰਬਾਦ ਨਹੀਂ ਕਰਨਾ ਤੇ ਕੇਵਲ ਪੜ੍ਹਾਈ ਕਰਨੀ ਹੈ ਤੇ ਕੇਵਲ ਪੜ੍ਹਾਈ ਕਰਨੀ ਹੈ। ਵਿੱਕੀ, ਓ ਨੋ, ਨੋਟ ਅਗੇਨ, ਫੇਰ ਇਹ ਬਸਤਾ, ਹੇ ਰਾਮ ਕਹਿ ਕੇ ਸੋਫੇ ਤੇ ਬੇਹੋਸ਼ ਹੋਣ ਦਾ ਨਾਟਕ ਕਰਦਾ ਹੈ। ਹੁਣ ਨਿੱਕੀ ਦੇ ਮੂੰਹੋਂ ਵਿੱਕੀ ਜਦੋਂ ਮੰਮੀ ਪਾਪਾ ਦੀਆਂ ਹਦਾਇਤਾਂ ਸੁਣਦਾ ਹੈ ਤਾਂ ਉਹ ਬਹੁਤ ਹੀ ਪਰੇਸ਼ਾਨ ਮਹਿਸੂਸ ਕਰਦਾ ਹੈ, ਕਿਉਂਕਿ ਹੁਣੇ-ਹੁਣੇ ਉਹ ਮੈਥ, ਸਾਇੰਸ ਤੇ ਅੰਗਰੇਜ਼ੀ ਦੀ ਟਿਊਸ਼ਨ ਪੜ੍ਹ ਕੇ ਆਇਆ ਸੀ ਤੇ ਘਰ ਆ ਕੇ ਫਿਰ ਉਸ ਨੂੰ ਪੜ੍ਹਨ ਦੀ ਹਦਾਇਤ ਮਿਲਦੀ ਹੈ ਤੇ ਇਸ ਕਰਕੇ ਉਹ ਕੀ ਕਰਦਾ ਹੈ ਕਿ ਹੇ ਰਾਮ ਕਹਿ ਕੇ, ਨੋਟ ਅਗੇਨ ਕਹਿ ਕੇ ਦੁਬਾਰਾ ਸੋਫੇ ਤੇ ਡਿੱਗ ਜਾਂਦਾ ਹੈ ਤੇ ਆਪਣੇ ਬੇਸੁੱਧ ਹੋਣ ਦਾ ਜੋ ਹੈ ਉਹ ਇੱਕ ਨਾਟਕ ਕਰਦਾ ਹੈ। ਨਿੱਕੀ ਰਸੋਈ ਵਿੱਚੋਂ ਆਉਂਦੀ ਹੋਈ, ਇਹ ਹੈ ਸਾਡੀ ਜ਼ਿੰਦਗੀ, ਸਿਰਫ ਪੜ੍ਹਦੇ ਰਹਿਣਾ, ਸਵੇਰ ਤੋਂ ਲੈ ਕੇ ਰਾਤ ਤੱਕ, ਹਿਸਟਰੀ, ਕੈਮਿਸਟਰੀ, ਮੈਥ, ਬਾਇਓ, ਜੀਓਗ੍ਰਾਫੀ, ਲਿਟਰੇਚਰ ਤੇ ਪਤਾ ਨਹੀਂ ਕੀ। ਪਹਿਲਾਂ ਸਕੂਲ, ਫਿਰ ਹੋਮਵਰਕ, ਫਿਰ ਟਿਊਸ਼ਨਾਂ ਤੇ ਫਿਰ ਮੰਮੀ ਪਾਪਾ ਦੀ ਕਲਾਸ। ਨਾ ਖੇਡਣ ਨੂੰ ਟਾਈਮ ਤੇ ਨਾ ਟੀਵੀ ਵੇਖਣ ਲਈ। ਹੁਣ ਵਿੱਕੀ ਜਦੋਂ ਬੇਹੋਸ਼ ਹੋਣ ਦਾ ਨਾਟਕ ਕਰਦਾ ਹੈ ਤਾਂ ਨਿੱਕੀ ਵਿੱਕੀ ਦੀ ਹਾਲਾਤ, ਉਸ ਦੀ ਹਾਲਤ, ਉਸ ਦੀ ਸਥਿਤੀ ਨੂੰ ਬਿਆਨ ਕਰਦਿਆਂ ਹੋਇਆਂ ਜਾਂ ਉਸ ਦੇ ਹਵਾਲੇ ਦੇ ਨਾਲ ਬੱਚਿਆਂ ਦੇ ਉੱਪਰ ਜੋ ਪੜ੍ਹਾਈ ਦਾ ਬੋਝ ਹੈ ਉਸ ਦੇ ਵੱਲ ਇਸ਼ਾਰਾ ਕਰਦੀ ਹੋਈ ਕਹਿੰਦੀ ਹੈ ਕਿ ਅੱਜ ਕੱਲ੍ਹ ਇਹੀ ਬੱਚਿਆਂ ਦੀ ਜ਼ਿੰਦਗੀ ਹੈ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਰ੍ਹਾਂ ਦੇ ਵਿਸ਼ੇ ਜਿਵੇਂ ਕਿ ਹਿਸਟਰੀ, ਕੈਮਿਸਟਰੀ, ਮੈਥ, ਬਾਇਓ, ਜੀਓਗ੍ਰਾਫੀ, ਲਿਟਰੇਚਰ ਤੇ ਹੋਰ ਪਤਾ ਨਹੀਂ ਕੀ ਉਹਨਾਂ ਨੂੰ ਪੜ੍ਹਨਾ ਪੈਂਦਾ ਹੈ। ਤੇ ਕੇਵਲ ਇੱਥੇ ਹੀ ਬਸ ਨਹੀਂ, ਇਹਨਾਂ ਵਿਸ਼ਿਆਂ ਨੂੰ ਪੜ੍ਹਨ ਤੋਂ ਬਾਅਦ, ਸਕੂਲੋਂ ਪੜ੍ਹ ਕੇ ਆਉਣ ਤੋਂ ਬਾਅਦ ਫਿਰ ਉਹਨਾਂ ਨੂੰ ਘਰ ਵਿੱਚ ਆ ਕੇ ਵੀ ਵਿਹਲ ਨਹੀਂ ਮਿਲਦੀ। ਹੋਮਵਰਕ ਦੇ ਨਾਂ 'ਤੇ ਉਹਨਾਂ ਨੂੰ ਫਿਰ ਪੜ੍ਹਾਈ ਕਰਨੀ ਪੈਂਦੀ ਹੈ। ਹੋਮਵਰਕ ਨਿਪਟਿਆ ਤੇ ਫਿਰ ਟਿਊਸ਼ਨਾਂ 'ਤੇ ਜਾਣਾ ਪੈਂਦਾ ਹੈ। ਟਿਊਸ਼ਨ ਤੋਂ ਵਾਪਸ ਆਏ ਤੇ ਮੰਮੀ ਪਾਪਾ ਘੇਰ ਲੈਂਦੇ ਹਨ, ਮੰਮੀ ਪਾਪਾ ਉਹਨਾਂ ਦੀ ਕਲਾਸ ਲਗਾਉਣੀ ਸ਼ੁਰੂ ਕਰ ਦਿੰਦੇ ਹਨ ਤੇ ਇਸ ਤਰ੍ਹਾਂ ਉਹ ਸਿਰਫ ਪੜ੍ਹਾਈ ਦੇ ਤਾਣੇ ਬਾਣੇ ਵਿੱਚ ਉਲਝ ਕੇ ਰਹਿ ਗਏ ਹਨ। ਉਹਨਾਂ ਵਾਸਤੇ ਖੇਡਣ ਲਈ ਸਮਾਂ ਨਹੀਂ ਹੈ ਤੇ ਨਾ ਹੀ ਮਨੋਰੰਜਨ ਕਰਨ ਲਈ ਟੀਵੀ ਵੇਖਣ ਦਾ ਸਮਾਂ ਹੈ। ਵਿੱਕੀ, ਨਿੱਕੀ ਦੀਦੀ ਕਾਰਟੂਨ ਸ਼ੋਅ ਵੇਖੇ ਨੂੰ ਕਿੰਨੇ ਜਨਮ ਬੀਤ ਗਏ। ਨਿੱਕੀ, ਮੈਨੂੰ ਤਾਂ ਲੱਗਦਾ ਅਸੀਂ ਬੰਦੇ ਨਹੀਂ ਖੋਤੇ ਹਾਂ, ਘਰ ਤੋਂ ਘਾਟ ਤੇ ਘਾਟ ਤੋਂ ਘਰ। ਹੁਣ ਵਿੱਕੀ ਨਿੱਕੀ ਦੀਆਂ ਗੱਲਾਂ ਸੁਣ ਕੇ ਆਪਣੀ ਇੱਛਾ ਜ਼ਾਹਿਰ ਕਰਦਾ ਹੈ ਕਿ ਉਸਦਾ ਕਾਰਟੂਨ ਵੇਖਣ ਨੂੰ ਦਿਲ ਕਰ ਰਿਹਾ ਹੈ, ਕਿਉਂਕਿ ਪਤਾ ਨਹੀਂ ਕਿੰਨਾ ਕੁ ਸਮਾਂ ਹੋ ਗਿਆ ਕਿ ਉਹਨਾਂ ਨੇ ਕਦੀ ਕਾਰਟੂਨ ਸ਼ੋਅ ਨਹੀਂ ਵੇਖਿਆ। ਤੇ ਫਿਰ ਨਿੱਕੀ ਕੀ ਕਹਿੰਦੀ ਹੈ ਕਿ ਸਾਨੂੰ ਤਾਂ ਹੁਣ ਇਹ ਲੱਗਣ ਲੱਗ ਪਿਆ ਕਿ ਅਸੀਂ ਤਾਂ ਇਨਸਾਨ ਹੀ ਨਹੀਂ ਹਾਂ, ਬਲਕਿ ਉਹ ਗਧੇ ਹਾਂ ਜੋ ਬਸਤੇ ਰੂਪੀ ਭਾਰ ਨੂੰ ਆਪਣੀ ਪਿੱਠ 'ਤੇ ਲੱਦ ਕੇ ਘਰ ਤੋਂ ਘਾਟ ਭਾਵ ਕਿ ਸਕੂਲ ਤੇ ਸਕੂਲ ਤੋਂ ਘਰ ਆਉਣ ਜੋਗੇ ਹੀ ਰਹਿ ਗਏ ਹਾਂ। ਫਿਰ ਵਿੱਕੀ ਦਾ ਡਾਇਲੋਗ ਹੈ, ਖੋਤੇ ਵੀ ਸਾਡੇ ਨਾਲੋਂ ਚੰਗੇ ਹੁੰਦੇ ਨੇ, ਸਿਰਫ ਭਾਰ ਹੀ ਢੋਣਾ ਪੈਂਦਾ ਹੈ ਨਾ। ਅਸੀਂ ਤਾਂ ਅਜਿਹੇ ਖੋਤੇ ਹਾਂ ਜਿਨ੍ਹਾਂ ਨੂੰ ਇਹ ਮੋਟੂ ਬਸਤਾ ਆਪਣੀ ਪਿੱਠ 'ਤੇ ਢੋਣਾ ਵੀ ਪੈਂਦਾ ਹੈ ਤੇ ਪੜ੍ਹਨਾ ਵੀ ਪੈਂਦਾ ਹੈ। ਚਲੋ ਨਿੱਕੀ ਦੀਦੀ, ਇਸ ਤੋਂ ਪਹਿਲਾਂ ਕਿ ਮੰਮੀ ਪਾਪਾ ਆ ਜਾਣ, ਆ ਜਾਓ ਆਪਣਾ ਕੰਮ ਖਤਮ ਕਰ ਲਈਏ।
ਹੁਣ ਵਿੱਕੀ ਕੀ ਹੈ, ਉਹ ਨਿੱਕੀ ਦੀਆਂ ਗੱਲਾਂ ਵਿੱਚ ਸਹਿਮਤੀ ਭਰਦਾ ਹੋਇਆ ਕਹਿੰਦਾ ਹੈ ਕਿ ਖੋਤੇ ਵੀ ਸਾਡੇ ਵਰਗੇ ਬੱਚਿਆਂ ਨਾਲੋਂ ਚੰਗੀ ਹਾਲਾਤ ਵਿੱਚ ਹਨ, ਕਿਉਂਕਿ ਉਹ ਤਾਂ ਸਿਰਫ ਆਪਣੇ ਪਿੱਠ ਦੇ ਉੱਪਰ ਭਾਰ ਲੱਦ ਕੇ ਢੋਂਦੇ ਹੀ ਹਨ, ਪਰ ਉਹਨਾਂ ਨੂੰ ਤਾਂ ਦੋਹਰਾ ਤਰਾਸਦੀ ਭੋਗਣੀ ਪੈਂਦੀ ਹੈ, ਦੋਹਰਾ ਸੰਤਾਪ ਭੋਗਣਾ ਪੈਂਦਾ ਹੈ। ਉਹ ਕਿਵੇਂ ਕਿ ਉਹ ਇੱਕ ਭਾਰੇ ਬਸਤੇ ਨੂੰ ਆਪਣੀਆਂ ਪਿੱਠਾਂ 'ਤੇ ਲੱਦ ਕੇ ਸਕੂਲ ਹੀ ਨਹੀਂ ਲਿਜਾਂਦੇ, ਬਲਕਿ ਉਹਨਾਂ ਨੂੰ ਇਸ ਬਸਤੇ ਦਾ ਭਾਰ ਢੋਣ ਦੇ ਨਾਲ ਨਾਲ ਉਸ ਬਸਤੇ ਵਿਚਲੀਆਂ ਸਾਰੀਆਂ ਕਿਤਾਬਾਂ, ਸਾਰੇ ਵਿਸ਼ੇ ਪੜ੍ਹਨੇ ਵੀ ਪੈਂਦੇ ਹਨ, ਅਤੇ ਇਸ ਤਰ੍ਹਾਂ ਉਹਨਾਂ ਨੂੰ ਦੋਹਰਾ ਦੁੱਖ ਭੋਗਣਾ ਪੈਂਦਾ ਹੈ। ਅਤੇ ਫਿਰ ਨਾਲ ਹੀ ਉਹ ਨਿੱਕੀ ਨੂੰ ਕੀ ਸੁਚੇਤ ਕਰਦਾ ਹੈ ਕਿ ਮੰਮੀ ਪਾਪਾ ਵੀ ਆਉਣ ਵਾਲੇ ਹਨ ਅਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਉਹ ਆਪਣਾ ਸਕੂਲ ਦਾ ਕੰਮ ਖਤਮ ਕਰ ਲੈਣ। ਨਿੱਕੀ, ਮੰਮੀ ਪਾਪਾ, ਓ ਮਾਈ ਗੋਡ। ਹੁਣ ਵਿੱਕੀ ਦੇ ਮੂੰਹੋਂ ਮੰਮੀ ਪਾਪਾ ਦਾ ਨਾਂ ਸੁਣ ਕੇ ਨਿੱਕੀ ਡਰ ਜਾਂਦੀ ਹੈ। ਦੋਹੇ ਫਟਾਫਟ ਕਿਤਾਬਾਂ ਚੁੱਕ ਕੇ ਤੇਜ਼ੀ ਨਾਲ ਪੜ੍ਹਨਾ ਸ਼ੁਰੂ ਕਰ ਦਿੰਦੇ ਹਨ। ਵਿੱਕੀ ਰੱਟਾ ਲਾਉਂਦਾ ਹੋਇਆ, once upon a time there was a thirsty crow, once upon a time there was a thirsty crow, once upon a time there was a thirsty crow, thirsty crow, thirsty crow, thirsty crow, ਕਾਲ ਬੈਲ ਹੁੰਦੀ ਹੈ। ਦੋਹੇ ਇੱਕ ਵਾਰ ਦਰਵਾਜ਼ੇ ਵੱਲ ਵੇਖਦੇ ਹਨ ਅਤੇ ਫਿਰ ਆਪਣੇ ਕੰਮ ਲੱਗ ਜਾਂਦੇ ਹਨ। ਕਾਲ ਬੈਲ ਫੇਰ ਹੁੰਦੀ ਹੈ, ਦੋਹੇ ਫੇਰ ਇੱਕ ਦੂਜੇ ਵੱਲ ਵੇਖਦੇ ਹਨ ਅਤੇ ਫਿਰ ਆਪਣੇ ਕੰਮ ਲੱਗ ਜਾਂਦੇ ਹਨ। ਹੁਣ ਦਰਵਾਜ਼ਾ ਖੁੱਲ੍ਹਦਾ ਹੈ ਅਤੇ ਜੇਡੀ ਅੰਦਰ ਆਉਂਦਾ ਹੈ। ਜੇਡੀ ਸਿਹਤ ਦਾ ਭਾਰਾ ਹੈ, ਸੋਹਣੇ ਕੱਪੜੇ ਅਤੇ ਹੱਥ ਵਿੱਚ ਕ੍ਰਿਕਟ ਦਾ ਬੈਟ ਹੈ। ਉਸ ਦੀਆਂ ਅੱਖਾਂ 'ਤੇ ਐਨਕਾਂ ਹਨ ਅਤੇ ਗੱਲ ਕਰਦਾ ਉਹ ਡਾਂਸ ਕਰਦਾ ਹੈ। ਹਾਂਜੀ, ਇਕਾਂਗੀ ਦੇ ਹੁਣ ਇਸ ਪੜਾਅ 'ਤੇ ਕੀ ਹੁੰਦਾ ਹੈ ਕਿ ਮੰਮੀ ਪਾਪਾ ਦੇ ਡਰ ਕਾਰਨ ਦੋਵੇਂ ਭੈਣ ਭਰਾ ਜਲਦੀ ਜਲਦੀ ਆਪਣੀਆਂ ਕਿਤਾਬਾਂ ਚੁੱਕਦੇ ਹਨ ਅਤੇ ਬੜੀ ਤੇਜ਼ੀ ਦੇ ਨਾਲ ਪੜ੍ਹਾਈ ਕਰਨੀ ਸ਼ੁਰੂ ਕਰ ਦਿੰਦੇ ਹਨ। ਵਿੱਕੀ ਜੋ ਹੈ ਉਹ ਥਰਸਟੀ ਕਰੋ ਵਾਲੀ ਕਹਾਣੀ ਨੂੰ ਰੱਟਾ ਲਗਾਉਣਾ ਸ਼ੁਰੂ ਕਰ ਦਿੰਦਾ ਹੈ। ਉਹ ਵਾਰ-ਵਾਰ ਉਸ ਕਹਾਣੀ ਨੂੰ ਦੁਹਰਾਉਂਦਾ ਹੈ ਅਤੇ ਇੰਨੀ ਦੇਰ ਨੂੰ ਉਹਨਾਂ ਦੇ ਦਰਵਾਜ਼ੇ 'ਤੇ ਘੰਟੀ ਵੱਜਦੀ ਹੈ, ਪਰ ਉਹਨਾਂ ਦੇ ਮਨ ਵਿੱਚ ਇਹ ਤੌਖਲਾ ਹੋਣ ਕਾਰਨ ਕਿ ਸ਼ਾਇਦ ਮੰਮੀ ਪਾਪਾ ਆ ਗਏ ਹਨ, ਉਹ ਦਰਵਾਜ਼ੇ ਵੱਲ ਵੇਖਦੇ ਤੇ ਹਨ, ਪਰ ਫਿਰ ਆਪਣੇ ਕੰਮ ਭਾਵ ਕਿ ਪੜ੍ਹਾਈ ਵਿੱਚ ਲੱਗ ਜਾਂਦੇ ਹਨ। ਫਿਰ ਜਦੋਂ ਦੁਬਾਰਾ ਘੰਟੀ ਵੱਜਦੀ ਹੈ ਤਾਂ ਦੋਵੇਂ ਭੈਣ ਭਰਾ ਮੰਮੀ ਪਾਪਾ ਦੇ ਡਰ ਕਾਰਨ ਇੱਕ ਦੂਜੇ ਦੇ ਮੂੰਹ ਵੱਲ ਵੇਖਦੇ ਹਨ, ਪਰ ਫਿਰ ਦਰਵਾਜ਼ਾ ਖੋਲ੍ਹਣ ਦੀ ਬਜਾਏ, ਉੱਠਣ ਦੀ ਬਜਾਏ ਆਪਣੀ ਪੜ੍ਹਾਈ, ਆਪਣੇ ਕੰਮ ਵਿੱਚ ਹੀ ਲੱਗੇ ਰਹਿੰਦੇ ਹਨ। ਹੁਣ 2 ਵਾਰ ਬੈਲ ਖੜਕਣ ਤੋਂ ਬਾਅਦ ਦਰਵਾਜ਼ਾ ਖੁੱਲ੍ਹਦਾ ਹੈ ਅਤੇ ਇੱਕ ਨਵਾਂ ਪਾਤਰ ਜਿਸ ਦਾ ਨਾਮ ਜੇਡੀ ਹੈ ਉਹ ਅੰਦਰ ਆਉਂਦਾ ਹੈ। ਅਤੇ ਇਸ ਤੋਂ ਬਾਅਦ ਜੇਡੀ ਦੇ ਪਾਤਰ ਬਾਰੇ ਲੇਖਕ ਨੇ ਬਿਆਨ ਕੀਤਾ ਹੈ ਕਿ ਜੇਡੀ ਇੱਕ ਅਜਿਹਾ ਪਾਤਰ ਹੈ ਜੋ ਸਿਹਤ ਦਾ ਭਾਰਾ ਭਾਵ ਕਿ ਸਰੀਰ ਉਸ ਦਾ ਮੋਟਾ ਹੈ ਅਤੇ ਉਸ ਦੇ ਹੱਥ ਵਿੱਚ ਕ੍ਰਿਕਟ ਦਾ ਬੈਟ ਹੈ ਅਤੇ ਉਸ ਦੀਆਂ ਅੱਖਾਂ 'ਤੇ ਐਨਕਾਂ ਹਨ ਅਤੇ ਉਹ ਗੱਲ 'ਤੇ ਡਾਂਸ ਕਰਦਾ ਹੈ, ਭਾਵ ਕਿ ਇਹ ਇਸ ਇਕਾਂਗੀ ਦਾ ਇੱਕ ਥੋੜ੍ਹਾ ਵੱਖਰੀ ਕਿਸਮ ਦਾ ਪਾਤਰ ਹੈ। ਹਾਂਜੀ ਸਟੂਡੈਂਟਸ, ਮੈਨੂੰ ਉਮੀਦ ਹੈ ਕਿ ਤੁਹਾਨੂੰ ਇੱਥੋਂ ਤੱਕ ਇਕਾਂਗੀ ਜ਼ਰੂਰ ਸਮਝ ਵਿੱਚ ਆ ਗਈ ਹੋਵੇਗੀ। ਤੁਸੀਂ ਪੇਜ ਨੰਬਰ 69 ਤੋਂ ਲੈ ਕੇ 71 ਤੱਕ ਇਕਾਂਗੀ ਦੇ ਔਖੇ ਸ਼ਬਦ ਦੁਹਰਾਉਣੇ ਹਨ ਅਤੇ ਰੀਡਿੰਗ ਨੂੰ ਵੀ ਰਿਵਾਈਜ਼ ਕਰਨਾ ਹੈ। ਅਸੀਂ ਅਗਲੇ ਭਾਗ ਦੀ ਰੀਡਿੰਗ ਨੈਕਸਟ ਵੀਡੀਓ ਵਿੱਚ ਕਰਾਂਗੇ। ਤਦ ਤੱਕ ਧੰਨਵਾਦ।